ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵੇਖਣ ਦੇ ਲਈ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਦਰਸ਼ਕਾਂ ਨੂੰ TWR ਪਰਿਵਾਰ ਦੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ। ਤੁਹਾਡਾ ਸਭਨਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਆਪਣੇ ਪਰਿਵਾਰਾਂ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਦੋਸਤੋ, ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਬਾਈਬਲ ਬਾਣੀ ਦੇ ਵਿੱਚੋਂ ਲੂਕਾ ਦੀ ਇੰਜੀਲ ਦੇ 17 ਅਧਿਆਇ ਦੀ 11 ਆਇਤ ਤੋਂ ਲੈ ਕੇ 19 ਆਇਤ ਤੱਕ ਦੇ ਵਚਨਾਂ ਦੇ ਉੱਤੇ ਮਨਨ ਕਰ ਰਹੇ ਸੀ। ਅੱਜ ਅਸੀਂ ਉਸ ਕੋੜੀ ਦੇ ਬਾਰੇ ਚਰਚਾ ਕਰ ਰਹੇ ਸੀ ਜਿਹੜਾ ਉਹਨਾਂ 10 ਕੋੜੀਆਂ ਦੇ ਵਿੱਚੋਂ ਇੱਕ ਸੀ ਜੋ ਕਿ ਯਿਸੂ ਦੇ ਕੋਲ ਆਏ ਅਤੇ ਪ੍ਰਭੂ ਯਿਸੂ ਜੀ ਨੇ ਸਾਰਿਆਂ ਨੂੰ ਚੰਗਾ ਕੀਤਾ, ਪਰ ਪ੍ਰਭੂ ਯਿਸੂ ਜੀ ਨੂੰ ਧੰਨਵਾਦ ਦੇਣ ਦੇ ਲਈ ਸਿਰਫ ਇੱਕੋ ਹੀ ਕੋੜੀ ਵਾਪਸ ਆਇਆ। ਅਸੀਂ ਜਾਣਿਆ ਕਿ ਕੋੜੀ ਦੀ ਇਸ ਕਹਾਣੀ ਦਾ ਮੁੱਖ ਵਿਸ਼ਾ ਹੀ ਧੰਨਵਾਦ ਦੇਣਾ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਪੂਰਾ ਕਰਾਂਗੇ, ਇਸ ਲਈ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹਿਓ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਇਸ ਪ੍ਰੋਗਰਾਮ ਤੋਂ ਜ਼ਰੂਰ ਆਸ਼ੀਸ਼ ਪਾਓਗੇ। ਤਾਂ ਫਿਰ ਦੋਸਤੋ, ਆਓ ਛੇਤੀ ਦੇ ਨਾਲ ਆਪਣੇ ਪ੍ਰੋਗਰਾਮ ਦੇ ਵਿੱਚ ਚੱਲਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰਦੇ ਹਾਂ। ਉਸ ਦੇ ਲਈ ਸੁਣਦੇ ਹਾਂ ਇਹ ਭਜਨ। ਰੱਬ ਨੇ ਬਣਾਇਆ ਤੈਨੂੰ ਮਿੱਟੀ ਦੇ ਖਿਡੌਣਿਆਂ, ਕਰਦਾ ਏ ਮਾਣ ਕਾਦਾ ਘੜੀ ਦੇ ਪਰੌਣਿਆਂ। ਰੱਬ ਨੇ ਬਣਾਇਆ ਤੈਨੂੰ ਮਿੱਟੀ ਦੇ ਖਿਡੌਣਿਆਂ, ਕਰਦਾ ਏ ਮਾਣ ਕਾਦਾ ਘੜੀ ਦੇ ਪਰੌਣਿਆਂ। ਇਹ ਨੀ ਤੇਰਾ ਦੇਸ ਤੈਨੂੰ ਚੰਗਾ ਭਲਾ ਲੱਭਦਾ, ਇਹ ਨੀ ਤੇਰਾ ਦੇਸ ਤੈਨੂੰ ਚੰਗਾ ਭਲਾ ਲੱਭਦਾ। ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨੀ ਲੱਗਦਾ, ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨੀ ਲੱਗਦਾ। ਪਾਪਾਂ ਤੋਂ ਆਜ਼ਾਦ ਹੋ ਕੇ ਬੰਦਾ ਬਣੇ ਰੱਬ ਦਾ, ਪਾਪਾਂ ਤੋਂ ਆਜ਼ਾਦ ਹੋ ਕੇ ਬੰਦਾ ਬਣੇ ਰੱਬ ਦਾ। ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨੀ ਲੱਗਦਾ, ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨੀ ਲੱਗਦਾ। ਅਦਨ ਦੇ ਵਿੱਚ ਜਿਹੜਾ ਤੇਰੇ ਨਾਲ ਬੋਲਿਆ, ਪੜ ਕੇ ਮਸੀਹਾ ਉਹਨੇ ਭੇਦ ਸਾਰਾ ਖੋਲਿਆ। ਅਦਨ ਦੇ ਵਿੱਚ ਜਿਹੜਾ ਤੇਰੇ ਨਾਲ ਬੋਲਿਆ, ਪੜ ਕੇ ਮਸੀਹਾ ਉਹਨੇ ਭੇਦ ਸਾਰਾ ਖੋਲਿਆ। ਸੁਣ ਕੇ ਆਵਾਜ਼ ਉਹਦੇ ਵੱਲ ਕਿਉਂ ਨਹੀਂ ਭੱਜਦਾ, ਸੁਣ ਕੇ ਆਵਾਜ਼
ਛੇਤੀ ਕਿਉਂ ਨਹੀਂ ਭੱਜਦਾ, ਉਹਦੇ ਵੱਲ ਮੂਰਖਾ ਤੂੰ ਛੇਤੀ ਕਿਉਂ ਨਹੀਂ ਭੱਜਦਾ। ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨਹੀਂ ਲੱਗਦਾ, ਜਿਹੜੇ ਕੰਮ ਆਇਆ ਉਸੇ ਕੰਮ ਕਿਉਂ ਨਹੀਂ ਲੱਗਦਾ। ਵੇਖਿਆ ਅਮਾਲਨਾਮਾ ਜਦੋਂ ਤੇਰਾ ਜਾਵੇਗਾ, ਦੋਸਤਾਂ ਦਾ ਹੁਕਮ ਸੁਣਾਇਆ ਤੈਨੂੰ ਜਾਵੇਗਾ। ਵੇਖਿਆ ਅਮਾਲਨਾਮਾ ਜਦੋਂ ਤੇਰਾ ਜਾਵੇਗਾ, ਦੋਸਤਾਂ ਦਾ ਹੁਕਮ ਸੁਣਾਇਆ ਤੈਨੂੰ ਜਾਵੇਗਾ। ਪਤਾ ਲੱਗੂ ਉਦੋਂ ਜਦੋਂ ਲਾਂਬੂ ਲੱਗੂ। ਉਸਨੇ ਕਿਹਾ, ਉੱਠ ਕੇ ਚਲਾ ਜਾ, ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ। ਨਵੇਂ ਨੇਮ ਦਾ ਇੱਕ ਸੰਸਕਰਨ, ਸੋਧਿਆ ਹੋਇਆ ਸੰਸਕਰਨ ਕੁਝ ਇਸ ਤਰ੍ਹਾਂ ਪੜ੍ਹਦਾ ਹੈ, ਤੇਰੀ ਨੇਚਾ ਨੇ ਤੈਨੂੰ ਚੰਗਾ ਕੀਤਾ ਹੈ। ਕਿਰਪਾ ਧਿਆਨ ਦਿਓ ਕਿ ਕੀ ਹੋਇਆ ਜਦੋਂ ਇਹ ਆਦਮੀ ਸਰੀਰਕ ਚੰਗਿਆਈ ਲਈ ਪ੍ਰਭੂ ਦਾ ਧੰਨਵਾਦ ਕਰਨ ਲਈ ਮੁੜ ਕੇ ਆਇਆ। ਉਸਨੇ ਇਹੋ ਜਿਹੀ ਚੰਗਾਈ ਦਾ ਅਨੁਭਵ ਕੀਤਾ ਜਿਹੜੀ ਸਰੀਰਕ ਚੰਗਿਆਈ ਤੋਂ ਵੀ ਗਹਿਰੀ ਸੀ। ਉਸਨੇ ਮੁਕਤੀ ਦਾ ਅਨੁਭਵ ਕੀਤਾ। ਜਦੋਂ ਉਹ ਯਿਸੂ ਨੂੰ ਮਿਲਿਆ ਸੀ ਤਾਂ ਕੋੜੀ ਸੀ, ਪਰ ਹੁਣ ਉਹ ਅੰਦਰੋਂ ਅਤੇ ਬਾਹਰੋਂ ਸ਼ੁੱਧ ਸੀ। ਮੁੜ ਕੇ ਆਉਣ ਦਾ ਉਸਦਾ ਇਨਾਮ ਸੀ ਉਸਦੇ ਉਹਨਾਂ ਅੰਦਰੂਨੀ ਦਾਗਾਂ ਨੂੰ ਸ਼ੁੱਧ ਕਰਨਾ, ਪਰਮੇਸ਼ਰ ਦੀ ਸ਼ਕਤੀ ਦੇ ਅਸਲੀ ਸੁਆਹ ਨੂੰ ਵੇਖਣਾ, ਜਿਹੜਾ ਕਿਸੇ ਦੀ ਵੀ ਆਤਮਾ ਨੂੰ ਯਿਸੂ ਮਸੀਹ ਦੇ ਲਹੂ ਤੋਂ ਇਲਾਵਾ ਹੋਰ ਕਿਸੇ ਚੀਜ਼ ਨਾਲ ਸ਼ੁੱਧ ਨਹੀਂ ਕਰ ਸਕਦੇ। ਉਹ ਚੰਗਾ ਅਤੇ ਤੰਦਰੁਸਤ ਹੋ ਗਿਆ। ਅਤੇ ਇਹ ਹੈ ਕਹਾਣੀ ਉਸ ਕੋੜੀ ਦੀ ਜਿਹੜਾ ਮੁੜ ਕੇ ਆਇਆ, ਪਰ ਇਹ ਸਾਡੇ ਲਈ ਕਈ ਸਬਕਾਂ ਨਾਲ ਭਰੀ ਹੋਈ ਹੈ। ਮੈਂ ਤੁਹਾਨੂੰ 3 ਜਾਂ 4 ਸੁਝਾਅ ਹੋਰ ਦਵਾਂਗਾ। ਅਸੀਂ ਕੀ ਸਿੱਖਦੇ ਹਾਂ? ਅਸੀਂ ਇਸ ਕਹਾਣੀ ਤੋਂ ਕੀ ਸਿੱਖਦੇ ਹਾਂ? ਅੱਗੇ ਆਉਣ ਵਾਲੇ ਦਿਨਾਂ ਵਿੱਚ ਵਿਚਾਰ ਕਰਨ ਲਈ ਇਹ ਹਨ ਕੁਝ ਵਿਚਾਰ। ਨੰਬਰ 1, ਵਿਚਾਰ ਕਰਨ ਦਾ ਸਮਾਂ। ਸਭ ਤੋਂ ਪਹਿਲਾਂ ਇਹ ਸਾਨੂੰ ਯਾਦ ਕਰਾਉਂਦੀ ਹੈ ਕਿ ਵਿਚਾਰ ਕਰਨ ਲਈ ਇਹ ਵਧੀਆ ਸਮਾਂ ਹੈ। ਇਹ ਗੱਲ ਸਪਸ਼ਟ ਹੈ ਕਿ ਇਹ ਕੋੜੀਆਂ ਨੂੰ ਇਸ ਦੀ ਪੂਰੀ ਸਮਝ ਸੀ ਉਹ ਕੌਣ ਸਨ ਅਤੇ ਉਹਨਾਂ ਦੀ ਹਾਲਤ ਕੀ ਸੀ। ਉਹ ਬਾਕੀ ਦੁਨੀਆ ਤੋਂ ਵੱਖਰੇ ਕੀਤੇ ਹੋਏ ਸਨ। ਉਹ ਕਲੋਨੀ ਵਿੱਚ ਇਕੱਲੇ ਰਹਿੰਦੇ ਸਨ। ਉਹਨਾਂ ਦਾ ਸ਼ਹਿਰ ਨਾਲ ਕੋਈ ਲੈਣ ਦੇਣ ਨਹੀਂ ਸੀ। ਉਹ ਅਤਿਅੰਤ ਬੁਰੀ ਨਾਉਮੀਦੀ ਹਾਲਤ ਵਿੱਚ ਸਨ ਅਤੇ ਜਦੋਂ ਉਹਨਾਂ ਨੇ ਇਸ ਤੇ ਵਿਚਾਰ ਕੀਤਾ ਕਿ ਉਹ ਕੌਣ ਸਨ ਅਤੇ ਕੀ ਸਨ ਅਤੇ ਭਵਿੱਖ ਲਈ ਉਹਨਾਂ ਦੀਆਂ ਕੀ ਸੰਭਾਵਨਾਵਾਂ ਸਨ, ਉਹਨਾਂ ਨੇ ਇਹ ਸਮਝਣਾ ਸ਼ੁਰੂ ਕੀਤਾ ਕਿ ਉਹਨਾਂ ਨੂੰ ਸਰਵਸ਼ਕਤੀਮਾਨ ਪਰਮੇਸ਼ਰ ਦੇ ਛੂਹਣ ਦੀ ਕਿੰਨੀ ਜ਼ਿਆਦਾ ਲੋੜ ਸੀ। ਮੈਂ ਤੁਹਾਨੂੰ ਇਸ ਗੱਲ ਦੀ ਗਰੰਟੀ ਦਿੰਦਾ ਹਾਂ, ਉਹਨਾਂ ਵਿੱਚੋਂ ਘੱਟੋ ਘੱਟ ਇੱਕ ਬੰਦਾ ਉਸ ਦਿਨ ਨੂੰ ਕਦੀ ਨਹੀਂ ਭੁੱਲੇਗਾ ਜਿਸ ਦਿਨ ਯਿਸੂ ਉਸ ਦੇ ਲਾਂਘਿਓ ਦੀ ਲੰਘਿਆ ਸੀ। ਉਸ ਨੇ ਚੀਕ ਪੁਕਾਰ ਕੇ ਅਤੇ ਉਸੇ ਵੇਲੇ ਉਸ ਨੂੰ ਚੰਗਿਆਈ ਲਈ ਨਿਰਦੇਸ਼ ਦਿੱਤੇ ਗਏ। ਮੈਂ ਸੋਚਦਾ ਹਾਂ ਸਾਡੇ ਲਈ ਇੱਥੇ ਰੁਕ ਕੇ ਇਹ ਸੋਚਣਾ ਅਤੇ ਯਾਦ ਕਰਨ ਦਾ ਚੰਗਾ ਸਮਾਂ ਹੈ ਕਿ ਭਾਵੇਂ ਅਸੀਂ ਕਿੰਨੇ ਵੀ ਸੂਝਵਾਨ ਜਾਂ ਪੜ੍ਹੇ ਲਿਖੇ ਹੋਈਏ, ਅਸੀਂ ਭਾਵੇਂ ਦੁਨੀਆ ਦੀਆਂ ਗੱਲਾਂ ਵਿੱਚ ਕਿੰਨੇ ਵੀ ਤੇਜ਼ ਬੁੱਧੀ ਵਾਲੇ ਕਿਉਂ ਨਾ ਹੋਈਏ, ਯਿਸੂ ਮਸੀਹ ਬਿਨਾਂ ਅਸੀਂ ਸਾਰੇ ਕੋੜੀ ਹੀ ਹਾਂ। ਸਰਵਸ਼ਕਤੀਮਾਨ ਪਰਮੇਸ਼ਰ ਤੋਂ ਬਿਨਾਂ ਅਸੀਂ ਸਾਰੇ ਸਾਡੀਆਂ ਆਪਣੀਆਂ ਨਿਰਾਸ਼ਾ ਅਤੇ ਬੇਸਹਾਰੇ ਹਾਲਾਤਾਂ ਵਿੱਚ ਪਏ ਹੋਏ ਹਾਂ। ਕੋਈ ਵੀ ਚੀਜ਼ ਨਹੀਂ ਜਿਸ ਨਾਲ ਅਸੀਂ ਸਮੱਸਿਆ ਦਾ ਹੱਲ ਕਰ ਸਕੀਏ। ਦਾਗ ਜਿਹੜੇ ਸਾਡੀਆਂ ਆਤਮਾ ਤੇ ਲੱਗੇ ਹੋਏ ਹਨ, ਯਿਸੂ ਮਸੀਹ ਦੁਆਰਾ ਬਹਾਏ ਗਏ ਲਹੂ ਦੇ ਵਸੀਲੇ ਤੋਂ ਬਿਨਾਂ ਹੋਰ ਕਿਸੇ ਚੀਜ਼ ਨਾਲ ਮਿਟਾਏ ਨਹੀਂ ਜਾ ਸਕਦੇ। ਅਤੇ ਜੇ ਅਸੀਂ ਮੁਕਤੀ ਦੀ ਭਾਲ ਵਿੱਚ ਮਸੀਹ ਨੂੰ ਸਾਡੇ ਕੋਲ ਆ ਕੇ ਸਾਨੂੰ ਸ਼ੁੱਧ ਕਰਨ ਅਤੇ ਚੰਗੇ ਕਰਨ ਲਈ ਉਹਨਾਂ ਕੋੜੀਆਂ ਵਾਂਗੂ ਉੱਚੀ ਆਵਾਜ਼ ਦੇ ਕੇ ਨਾ ਪੁਕਾਰੀਏ, ਤਾਂ ਅਸੀਂ ਸਦਾ ਲਈ ਸਾਡੀਆਂ ਆਤਮਾ ਤੇ ਕੋੜ ਦੇ ਪਾਪ ਨੂੰ ਨਾਲ ਜਿਉਂਦੇ ਰਹਾਂਗੇ। ਜਦੋਂ ਅਸੀਂ ਆਪਣੇ ਆਪ ਨੂੰ ਵੇਖ ਲਿਆ ਕਿ ਅਸੀਂ ਅਸਲ ਵਿੱਚ ਕੌਣ ਹਾਂ ਅਤੇ ਸਰਵਸ਼ਕਤੀਮਾਨ ਕੋਲ ਵਿਸ਼ਵਾਸ ਨਾਲ ਗਏ, ਤਾਂ ਵਾਪਸ ਜਾ ਕੇ ਉਸ ਪਲ ਤੇ ਪੁਨਰ ਵਿਚਾਰ ਕਰਨਾ ਕਿੰਨਾ ਅਦਭੁਤ ਹੈ। ਮੈਂ ਆਪਣੇ ਅੱਲੜਪੁਣੇ ਵਿੱਚ ਪ੍ਰਭੂ ਨੂੰ ਕਬੂਲ ਕੀਤਾ। ਜਿਸ ਕਿਸਮ ਦੇ ਘਰ ਵਿੱਚ ਮੈਂ ਪਲਿਆ ਤੇ ਵੱਡਾ ਹੋਇਆ ਹਾਂ, ਉਸ ਹਿਸਾਬ ਨਾਲ ਮੈਨੂੰ ਕਿਤੇ ਪਹਿਲਾਂ ਮਸੀਹ ਬਣ ਜਾਣਾ ਚਾਹੀਦਾ ਸੀ। ਪਰ ਮੇਰਾ ਜੀਵਨ ਬਦਲਣ ਤੋਂ ਪਹਿਲਾਂ ਮੈਂ ਕੁਝ ਅਨੁਭਵ ਵਿੱਚੋਂ ਗੁਜ਼ਰਿਆ ਅਤੇ ਜਦ ਮੈਂ ਬਾਲਗ ਹੋ ਗਿਆ ਤਦ ਮੈਂ ਯਕੀਨ ਤੌਰ ਤੇ ਜਾਣ ਲਿਆ ਕਿ ਯਿਸੂ ਮਸੀਹ ਮੇਰੇ ਲਈ ਮਰਿਆ ਸੀ ਅਤੇ ਮੇਰੇ ਮਾਂ-ਬਾਪ ਦੇ ਧਰਮ ਜਾਂ ਉਹਨਾਂ ਨਾਲ ਮੇਰੇ ਰਿਸ਼ਤੇ ਦੇ ਕਾਰਨ ਸਵਰਗ ਵਿੱਚ ਨਹੀਂ ਸੀ ਜਾ ਸਕਦਾ।
ਪਰ ਮੇਰੀ ਮੁਕਤੀ ਮੁਕੰਮਲ ਤੌਰ ਤੇ ਯਿਸੂ ਮਸੀਹ ਨਾਲ ਮੇਰੇ ਨਿੱਜੀ ਰਿਸ਼ਤੇ ਤੇ ਆਧਾਰਿਤ ਸੀ ਅਤੇ ਮੈਂ ਅਕਸਰ ਉਸ ਤੇ ਭਰੋਸਾ ਰੱਖਦਾ ਸਾਂ ਔਰ ਮੈਂ ਇਹ ਸੋਚਦਾ ਸਾਂ ਜਿਹੜੀ ਮੇਰੇ ਦਿਲ ਵਿੱਚ ਉਦੋਂ ਆਈ ਜਦੋਂ ਆਖਿਰ ਮੈਂ ਯਕੀਨ ਤੌਰ ਤੇ ਜਾਣ ਲਿਆ ਕਿ ਮੇਰੇ ਪਾਪ ਮਾਫ ਹੋ ਗਏ ਸਨ ਅਤੇ ਮੈਂ ਸਵਰਗ ਨੂੰ ਜਾ ਰਿਹਾ ਹਾਂ ਔਰ ਮੈਂ ਇਸ ਗੱਲ ਉੱਤੇ ਵਿਸ਼ਵਾਸ ਕੀਤਾ ਔਰ ਇਹ ਗੱਲ ਮੇਰੇ ਮਨ ਵਿੱਚ ਆ ਗਈ ਸੀ। ਤੁਹਾਡੇ ਦਿਲ ਦਾ ਪਵਿੱਤਰ ਕਰਨ ਵਾਲੀ ਜਗਵੱਦੀ ਤੇ ਮੁੜ ਕੇ ਜਾਣਾ ਚੰਗਾ ਹੈ। ਮੈਂ ਆਸ ਕਰਦਾ ਹਾਂ ਕਿ ਇਸ ਹਫ਼ਤੇ ਦੌਰਾਨ ਕਿਸੇ ਸਮੇਂ ਤੁਸੀਂ ਯਾਦ ਕਰੋਗੇ ਕਿ ਮਸੀਹ ਨੂੰ ਕਬੂਲ ਕਰਨ ਤੋਂ ਪਹਿਲਾਂ ਤੁਸੀਂ ਕੀ ਸੀ ਅਤੇ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਮੁਕਤੀ ਦੇਣ ਲਈ ਪਰਮੇਸ਼ਰ ਨੇ ਤੁਹਾਡੇ ਲਈ ਕੀ ਕੀਤਾ ਹੈ। ਵਿਚਾਰ ਕਰਨ ਲਈ ਸਮਾਂ ਕੱਢੋ। ਪੌਲੁਸ ਤੋਂ ਇਲਾਵਾ ਹੋਰ ਕਿਸੇ ਨੇ ਵੀ ਇਹ ਬਿਹਤਰ ਨਹੀਂ ਕੀਤਾ। ਮੈਨੂੰ ਇਹ ਬੰਦਾ ਬਹੁਤ ਪਸੰਦ ਹੈ। ਮੈਂ ਇੱਕ ਵਾਰ 3 ਸਾਲ ਤੱਕ ਉਸ ਦੀ ਰੋਮੀਓ ਦੀ ਪੱਤਰੀ ਪੜ੍ਹੀ ਅਤੇ ਮੈਂ ਉਸ ਨੂੰ ਹੋਰ ਕਿਸੇ ਨਾਲੋਂ ਬਿਹਤਰ ਜਾਣ ਲਿਆ। ਪੌਲੁਸ ਬੁੱਧੀਮਾਨ ਅਤੇ ਵੱਡੀ ਕਾਬਲੀਅਤ ਵਾਲਾ ਬੰਦਾ ਸੀ, ਜਿਹੜਾ ਸ਼ਾਇਦ ਧਾਰਮਿਕ ਦੁਨੀਆ ਵਿੱਚ ਆਪਣੇ ਸਮੇਂ ਦਾ ਸਭ ਤੋਂ ਤਰਕਪੂਰਨ ਵਿਚਾਰ ਰੱਖਣ ਵਾਲਾ ਸੀ ਅਤੇ ਫਿਰ ਵੀ ਉਹ ਇੰਨਾ ਤਰਕਸਿੱਧ ਅਤੇ ਇੰਨਾ ਦਿਮਾਗੀ ਨਹੀਂ ਸੀ ਕਿ ਉਹ ਇਸ ਮੁੱਖ ਪਾਠ ਨੂੰ ਸਮਝ ਸਕਦਾ ਕਿ ਉਹ ਕੌਣ ਸੀ ਅਤੇ ਪਰਮੇਸ਼ਰ ਨੇ ਉਸ ਲਈ ਕੀ ਕੀਤਾ। ਪੌਲੁਸ ਆਪਣੀਆਂ ਪੱਤਰੀਆਂ ਵਿੱਚ ਕਿਸੇ ਵੀ ਵਿਸ਼ੇ ਤੇ ਲਿਖਣ ਲਈ ਮਸ਼ਹੂਰ ਸੀ ਅਤੇ ਅਚਾਨਕ ਉਹ ਉਸ ਬਾਰੇ ਸੋਚਦਾ ਹੈ ਜੋ ਯਿਸੂ ਨੇ ਉਸ ਲਈ ਕੀਤਾ ਸੀ ਅਤੇ ਉਸਤਤ ਕਰਨ ਤੇ ਉਤਰ ਆਉਂਦਾ। ਉਦਾਹਰਨ ਲਈ ਉਹ ਦੂਸਰਾ ਕਰੰਥੀਆਂ 4:15 ਵਿੱਚ ਕਰੰਥੀਆਂ ਨੂੰ ਲਿਖਦਾ ਹੈ, ਕਿਉਂਕਿ ਸਭ ਕੁਝ ਤੁਹਾਡੇ ਹੀ ਲਈ ਹੈ, ਭਾਈ ਬਹਾਲਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ ਪਰਮੇਸ਼ਰ ਦੀ ਵਡਿਆਈ ਲਈ ਧੰਨਵਾਦਾਂ ਲਈ ਬਹੁਤ ਹੀ ਵਧਾਵੇ। ਅਤੇ ਫਿਰ ਉਹ ਅਗਲੇ ਪਾਠ ਵਿੱਚ ਜਾਂਦਾ ਹੈ ਅਤੇ ਦੂਸਰਾ ਕਰੰਥੀਆਂ 9:15 ਵਿੱਚ ਕਹਿੰਦਾ ਹੈ, ਧੰਨਵਾਦ ਹੈ ਪਰਮੇਸ਼ਰ ਦਾ ਉਹਦੇ ਉਸ ਦਾਨ ਲਈ ਜਿਹੜਾ ਕਹਿਣ ਤੋਂ ਬਾਹਰ ਹੈ। ਇਹ ਜਾਣਨਾ ਕਿੰਨਾ ਅਦਭੁਤ ਹੈ ਕਿ ਭਾਵੇਂ ਅਸੀਂ ਕਿਸੇ ਬਾਰੇ ਵੀ ਗੱਲ ਕਰ ਰਹੇ ਹਾਂ, ਅਸੀਂ ਇੱਕ ਪਲ ਲਈ ਰੁਕੀਏ ਅਤੇ ਸਾਡੀ ਮੁਕਤੀ ਬਾਰੇ ਸੋਚੀਏ। ਇਹ ਸਾਨੂੰ ਉਸੇ ਵੇਲੇ ਧੰਨਵਾਦ ਦੀ ਗੱਲ ਕਰਨ ਲਈ ਉੱਚਾ ਚੁੱਕ ਦੇਵੇਗਾ। ਉਹ ਰੋਮੀਓ ਨੂੰ ਲਿਖ ਰਿਹਾ ਸੀ ਅਤੇ ਉਸ ਨੇ ਕਿਹਾ, ਮੈਂ ਕਿੱਡਾ ਮੰਦਭਾਗੀ ਮਨੁੱਖ ਹਾਂ, ਕੌਣ ਮੈਨੂੰ ਇਸ ਮੌਤ ਦੇ ਸਰੀਰ ਤੋਂ ਛੁਡਾਵੇਗਾ। ਮਸੀਹ ਸਾਡੇ ਪ੍ਰਭੂ ਦੇ ਵਸੀਲੇ ਪਰਮੇਸ਼ਰ ਦਾ ਧੰਨਵਾਦ ਹੋਵੇ। ਰੋਮੀਓ 7:24 ਤੇ 25 ਵਚਨ। ਅਤੇ ਉਹ ਉਸਤਤ ਕਰਨ ਲੱਗਾ ਕਿਉਂਕਿ ਉਸ ਨੇ ਵੇਖ ਲਿਆ ਸੀ ਕਿ ਉਹ ਮਸੀਹ ਵਿੱਚ ਕੌਣ ਸੀ ਅਤੇ ਮਸੀਹ ਤੋਂ ਬਿਨਾਂ ਉਹ ਕੀ ਹੋਵੇਗਾ। ਉਹ ਨੇਚਾ ਵਿੱਚ ਉਸ ਦੇ ਪੁੱਤਰ ਤਮੋਥੀਅਸ ਨੂੰ ਲਿਖਦਾ ਅਤੇ ਕਹਿੰਦਾ ਹੈ, ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ ਜਿਹਨੇ ਮੈਨੂੰ ਬਲ ਦਿੱਤਾ ਹੈ ਧੰਨਵਾਦ ਕਰਦਾ ਹਾਂ, ਇਸ ਲਈ ਜੋ ਉਹਨੇ ਮੈਨੂੰ ਮਤਵਰ ਸਮਝ ਕੇ ਇਸ ਸੇਵਕਾਈ ਉੱਤੇ ਲਾਇਆ ਹੈ। ਪਹਿਲਾ ਤਮੋਥੀਅਸ 1:12 ਵਚਨ। ਉਹ ਫਿਰ ਕਰੰਥੀਆਂ ਨੂੰ ਲਿਖਦਾ ਹੈ, ਪਰ ਧੰਨਵਾਦ ਹੈ ਪਰਮੇਸ਼ਰ ਦਾ ਜੋ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਿਹ ਬਖਸ਼ਦਾ ਹੈ। ਪਹਿਲਾ ਕਰੰਥੀਆਂ 15:57 ਵਚਨ। ਪੌਲੁਸ ਨੇ ਹਰ ਵਾਰ ਧੰਨਵਾਦ ਦੇਣ ਲਈ ਆਪਣਾ ਮੂੰਹ ਖੋਲ੍ਹਿਆ। ਉਹ ਖੁਦ ਨੂੰ ਰੋਕ ਨਹੀਂ ਸਕਿਆ। ਪਰਮੇਸ਼ਵਰ ਨੇ ਉਸ ਦੀ ਜ਼ਿੰਦਗੀ ਵਿੱਚ ਜੋ ਕੀਤਾ ਉਸ ਬਾਰੇ ਉਹ ਇੰਨਾ ਉਤਸੁਕ ਸੀ ਕਿ ਜਦੋਂ ਉਸ ਅੰਦਰੋਂ ਕੋਈ ਵਿਚਾਰ ਦਾ ਪਲ ਆਉਂਦਾ ਸੀ, ਇਹ ਵਿਚਾਰ ਬਾਹਰ ਆ ਜਾਂਦਾ ਸੀ। ਇਸ ਬਾਰੇ ਉਹ ਅਧਿਐਨ ਨਹੀਂ ਕਰਦਾ ਸੀ, ਇਸ ਦਾ ਉਹ ਅਭਿਆਸ ਨਹੀਂ ਕਰਦਾ ਸੀ, ਇਸ ਦਾ ਕੋਈ ਪੂਰਵ ਅਭਿਆਸ ਨਹੀਂ ਸੀ ਕਰਦਾ। ਇਹ ਇੱਕ ਆਤਮਾ ਦਾ ਸੱਚਾ ਜਵਾਬ ਹੀ ਹੈ ਜੋ ਪਰਮੇਸ਼ਰ ਤੋਂ ਬਿਨਾਂ ਉਸ ਦੀ ਅਤਿਅੰਤ ਬੁਰੀ ਹਾਲਤ ਨੂੰ ਸਮਝਦਾ ਹੈ। ਮੇਰੇ ਦੋਸਤੋ, ਤੁਹਾਡੀ ਅਤੇ ਮੇਰੀ ਆਤਮਾ ਵਿੱਚ ਕੋੜ ਦਾ ਪਾਪ ਹੈ ਅਤੇ ਜੇ ਇਹ ਸਲੀਬ ਉੱਤੇ ਬਹਾਏ ਗਏ ਯਿਸੂ ਦੇ ਵਸੀਲੇ ਸ਼ੁੱਧ ਨਹੀਂ ਕੀਤਾ ਜਾਂਦਾ, ਸਾਡਾ ਇਸ ਰੋਗ ਨਾਲ ਬਰਬਾਦ ਹੋਣਾ ਤੈਅ ਹੈ। ਕੀ ਤੁਸੀਂ ਇਹ ਸਮਝਦੇ ਹੋ? ਪਰਮੇਸ਼ਰ ਨੂੰ ਧੰਨਵਾਦ ਦੇਣਾ ਅਤੇ ਜੋ ਉਸਨੇ ਕੀਤਾ ਹੈ ਉਸ ਤੇ ਵਿਚਾਰ ਕਰਨਾ ਨਾ ਭੁੱਲੋ। ਨੰਬਰ 2, ਜਵਾਬ ਦੇਣ ਦਾ ਸਮੇਂ। ਮੈਨੂੰ ਇਹ ਕਹਾਣੀ ਬਹੁਤ ਪਸੰਦ ਹੈ। ਜਦੋਂ ਯਿਸੂ ਨੇ ਕੋੜੀਆਂ ਨੂੰ ਜਾਜਕਾਂ ਕੋਲ ਜਾਣ ਲਈ ਆਖਿਆ, ਇਹ ਸਭ ਤੋਂ ਅਜੀਬ ਗੱਲ ਸੀ ਜੋ ਉਸਨੇ ਕਦੇ ਕਿਸੇ ਨੂੰ ਨਹੀਂ ਆਖੀ ਸੀ। ਜਦ ਕੋਈ ਚੰਗਾਈ ਦੇਣ ਵਾਲਾ ਨਹੀਂ ਸੀ, ਨਾ ਹੀ ਜਾਜਕ ਕਿਸੇ ਨੂੰ ਕੋੜ ਤੋਂ ਚੰਗਾ ਕਰ ਸਕਦੇ ਸੀ। ਜਾਜਕ ਨੂੰ ਸਿਰਫ ਇਹ ਐਲਾਨ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਕਿ ਚੰਗਾਈ ਮਿਲ ਚੁੱਕੀ ਹੈ। ਦੂਜੇ ਸ਼ਬਦਾਂ ਵਿੱਚ ਯਿਸੂ ਨੇ ਇਹਨਾਂ ਰੋਗੀਆਂ ਨੂੰ ਜਾਜਕਾਂ ਕੋਲ ਜਾ ਕੇ ਸ਼ੁੱਧ ਹੋਣ ਦਾ ਪ੍ਰਮਾਣ ਪੱਤਰ ਮੰਗਣ ਲਈ ਭੇਜਿਆ, ਜਦਕਿ ਉਹਨਾਂ ਦੇ ਸਰੀਰ ਹਾਲੇ ਕੋੜ ਨਾਲ ਭਰੇ ਹੋਏ ਸਨ। ਜਦੋਂ ਉਸ ਨੇ ਉਹਨਾਂ ਨੂੰ ਜਾਜਕਾਂ ਕੋਲ ਜਾਣ ਲਈ ਆਖਿਆ, ਉਹ ਇਹ ਕਹਿ ਰਿਹਾ ਸੀ, ਜਾਜਕ ਕੋਲ ਜਾ ਕੇ ਆਪਣੀ ਚੰਗਾਈ ਦਾ ਪ੍ਰਮਾਣ ਪੱਤਰ ਲਿਆਓ, ਆਪਣੇ ਸ਼ੁੱਧ ਹੋਣ ਦਾ ਪ੍ਰਮਾਣ ਪੱਤਰ ਲਿਆਓ। ਅਤੇ ਉਹ ਆਪਣੇ ਆਪ ਵੱਲ ਵੇਖ ਕੇ ਕਹਿ ਰਹੇ ਸਨ, 1 ਮਿੰਟ ਰੁਕੋ,
ਮੈਨੂੰ ਇਸ ਹਾਲਤ ਵਿੱਚ ਜਿਸ ਵਿੱਚ ਮੈਂ ਹਾਂ ਕੋਈ ਪ੍ਰਮਾਣ ਪੱਤਰ ਨਹੀਂ ਮਿਲਣ ਵਾਲਾ। ਪਰ ਕੀ ਤੁਸੀਂ ਧਿਆਨ ਦਿੱਤਾ ਹੈ? ਉਹਨਾਂ ਨੇ ਇਸ ਤਰ੍ਹਾਂ ਨਹੀਂ ਕਿਹਾ। ਉਹਨਾਂ ਨੇ ਬਹਿਸ ਨਹੀਂ ਕੀਤੀ, ਉਹ ਚਲੇ ਗਏ ਅਤੇ ਉਹਨਾਂ ਦੀ ਆਗਿਆਕਾਰੀ ਦੀ ਪ੍ਰਕਿਰਿਆ ਦੌਰਾਨ, ਉਹਨਾਂ ਦੇ ਜਾਣ ਦੀ ਪ੍ਰਕਿਰਿਆ ਦੌਰਾਨ ਬਚਨ ਕਹਿੰਦਾ ਹੈ ਅਤੇ ਇਉਂ ਹੋਇਆ ਕਿ ਉਹ ਜਾਂਦੇ ਜਾਂਦੇ ਸ਼ੁੱਧ ਹੋ ਗਏ ਅਤੇ ਯਿਸੂ ਦਾ ਹੁਕਮ ਮੰਨ ਕੇ ਉਹ ਜਿਉਂ-ਜਿਉਂ ਜਾਜਕਾਂ ਵੱਲ ਨੂੰ ਜਾਣ ਲਈ ਆਪਣੇ ਕਦਮ ਵਧਾਉਂਦੇ ਗਏ, ਉਹਨਾਂ ਦੇ ਸਰੀਰਾਂ ਵਿੱਚੋਂ ਕੋੜ ਸ਼ੁੱਧ ਹੁੰਦਾ ਗਿਆ ਅਤੇ ਉਹ ਇਸ ਰੋਗ ਤੋਂ ਮੁਕਤ ਹੁੰਦੇ ਗਏ। ਅੰਜੀਲਾਂ ਦੇ ਲਿਖਣ ਵਾਲਾ ਇੱਕ ਲੇਖਕ ਜਿਸ ਦੀ ਮੈਂ ਬਹੁਤ ਕਦਰ ਕਰਦਾ ਹਾਂ, ਉਸ ਨੇ ਇਹ ਸ਼ਬਦ ਲਿਖੇ। ਹੁਕਮ ਜਿਹੜਾ ਉਹਨਾਂ ਨੂੰ ਮਿਲਿਆ ਸੀ, ਉਸ ਨੂੰ ਸਮਝਣ ਦੀ ਉਹ ਉਮੀਦ ਨਹੀਂ ਕਰ ਸਕਦੇ ਸਨ। ਇਹ ਆਖਰੀ ਗੱਲ ਸੀ ਜਿਸ ਦੀ ਉਹ ਆਸ ਲਈ ਬੈਠੇ ਸਨ। ਜੇ ਯਿਸੂ ਉਹਨਾਂ ਨੂੰ ਆਪਣੀ ਛੂਹਣ ਵਾਲੀ ਸਾਮਰਥ ਨਾਲ ਉੱਥੇ ਹੀ ਛੂਹ ਲੈਂਦਾ ਤਾਂ ਉਹ ਉਸੇ ਵੇਲੇ ਅਤੇ ਉੱਥੇ ਹੀ ਚੰਗੇ ਹੋ ਜਾਂਦੇ, ਪਰ ਬਿਨਾਂ ਕਿਰਪਾ ਵਾਲੇ ਸ਼ਬਦ ਦੇ ਜੋ ਉਸਨੇ ਉਹਨਾਂ ਨੂੰ ਜਾਣ ਲਈ ਕਿਹਾ, ਇਹ ਅਰਥਹੀਣ ਕੰਮ ਹੁੰਦਾ ਅਤੇ ਉਹ ਇਸ ਨੂੰ ਸਮਝ ਨਹੀਂ ਸਕਦੇ ਸਨ। ਪਰ ਗੱਲ ਇਹ ਹੈ ਕਿ ਉਹ ਚਲੇ ਗਏ ਅਤੇ ਜਦੋਂ ਉਹ ਗਏ ਉਹ ਚੰਗੇ ਹੋ ਗਏ। ਹੁਕਮ ਮੰਨਦਿਆਂ ਹਾਲੇ ਕਿ ਉਹ ਸਮਝ ਨਹੀਂ ਸਕੇ, ਹਾਲੇ ਕਿ ਸਭ ਕੁਝ ਭਿਆਨਕ ਅਤੇ ਮੁਸ਼ਕਲ ਸੀ। ਹੁਕਮ ਮੰਨਦਿਆਂ ਹਾਲੇ ਕਿ ਜਿਸ ਸੜਕ ਤੇ ਉਹ ਜਾ ਰਹੇ ਸਨ ਉਹਨਾਂ ਨੂੰ ਦੂਰ ਲਈ ਜ਼ਿਆਦਾ ਜਾਪਦਾ ਸੀ। ਉਹ ਫਿਰ ਤੋਂ ਜੀਵਤ ਤੇਜਵਾਸੀ ਹੋ ਗਏ ਸਨ। ਉਹਨਾਂ ਦੀ ਸਿਹਤ ਵਾਪਸ ਆ ਗਈ। ਹੁਣ ਉਹ ਸਮਾਜ ਵਿੱਚੋਂ ਕੱਢੇ ਹੋਏ ਨਹੀਂ ਸਨ ਅਤੇ ਇਉਂ ਹੋਇਆ ਕਿ ਉਹ ਜਾਂਦੇ ਜਾਂਦੇ ਸ਼ੁੱਧ ਹੋ ਗਏ। ਤੁਹਾਡੇ ਵਿੱਚੋਂ ਕਿੰਨੇ ਜਣੇ ਇਸ ਗੱਲ ਨੂੰ ਜਾਣਦੇ ਹਨ ਕਿ ਹੁਕਮ ਮੰਨਣ ਵਿੱਚ ਚੰਗਿਆਈ ਹੈ? ਜਦੋਂ ਪਰਮੇਸ਼ਰ ਸਾਨੂੰ ਕੁਝ ਕਰਨ ਲਈ ਕਹਿੰਦਾ ਹੈ ਅਤੇ ਅਸੀਂ ਉਸ ਰੋਸ਼ਨੀ ਵਿੱਚ ਚੱਲਦੇ ਹਾਂ ਜਿਹੜੀ ਉਸਨੇ ਆਪਣੇ ਵਚਨ ਵਿੱਚ ਖਿਲਾਰੀ ਹੈ, ਉਹ ਰੋਸ਼ਨੀ ਵਿੱਚ ਚੱਲਣ ਦੀ ਪ੍ਰਕਿਰਿਆ ਦੌਰਾਨ ਸਾਡੇ ਸਰੀਰ ਅਤੇ ਆਤਮਾ ਨੂੰ ਚੰਗਾਈ ਮਿਲਦੀ ਹੈ। ਅਤੇ ਜਦੋਂ ਅਸੀਂ ਉਸ ਬਾਰੇ ਸੋਚਦੇ ਹਾਂ ਜੋ ਸਾਨੂੰ ਪਰਮੇਸ਼ਰ ਨੇ ਕਰਨ ਲਈ ਬੁਲਾਇਆ ਹੈ ਅਤੇ ਇਸ ਦਾ ਜਵਾਬ ਦਿੰਦੇ ਹਾਂ, ਜਵਾਬ ਦੇਣ ਦੀ ਪ੍ਰਕਿਰਿਆ ਦੌਰਾਨ ਸਾਨੂੰ ਸਾਡੇ ਅੰਦਰ ਉਸ ਚੰਗਿਆਈ ਦੀ, ਅਤੇ ਜਦੋਂ ਅਸੀਂ ਉਸ ਬਾਰੇ ਸੋਚਦੇ ਹਾਂ ਜੋ ਸਾਨੂੰ ਪਰਮੇਸ਼ਰ ਨੇ ਕਰਨ ਲਈ ਬੁਲਾਇਆ ਹੈ ਅਤੇ ਇਸ ਦਾ ਜਵਾਬ ਦਿੰਦੇ ਹਾਂ, ਜਵਾਬ ਦੇਣ ਦੀ ਪ੍ਰਕਿਰਿਆ ਦੌਰਾਨ ਸਾਨੂੰ ਸਾਡੇ ਅੰਦਰ ਉਸ ਦੀ ਚੰਗਾਈ ਆਉਣ ਦਾ ਅਹਿਸਾਸ ਹੁੰਦਾ ਹੈ। ਤੁਹਾਡੇ ਵਿੱਚੋਂ ਕਿੰਨੇ ਜਣਿਆਂ ਨੇ ਪਰਮੇਸ਼ਰ ਕਾਲ ਕਿਸੇ ਚੀਜ਼ ਬਾਰੇ ਲੜਾਈ ਕੀਤੀ ਹੈ ਅਤੇ ਤੁਸੀਂ ਲਗਭਗ ਇਸ ਤੋਂ ਅੱਕ ਚੁੱਕੇ ਸੀ ਅਤੇ ਅਖੀਰ ਤੁਸੀਂ ਹਾਰ ਮੰਨ ਲਈ ਅਤੇ ਕਿਹਾ, ਠੀਕ ਹੈ ਪ੍ਰਭੂ, ਮੈਂ ਥੱਕ ਗਿਆ ਹਾਂ, ਮੈਂ ਨਹੀਂ ਜਿੱਤ ਸਕਦਾ, ਮੈਂ ਹਾਰ ਮੰਨ ਲਈ ਹੈ, ਪ੍ਰਭੂ ਮੈਂ ਇਹ ਕਰਾਂਗਾ। ਅਤੇ ਤੁਹਾਡੇ ਇਹ ਕਹਿਣ ਦੀ ਪ੍ਰਕਿਰਿਆ ਦੌਰਾਨ ਕੀ ਤੁਸੀਂ ਇਹ ਕਰ ਲਵੋਗੇ? ਅਤੇ ਇਹ ਕਰਨ ਦੀ ਪ੍ਰਕਿਰਿਆ ਦੌਰਾਨ ਤੁਹਾਨੂੰ ਇੰਜ ਮਹਿਸੂਸ ਹੋਵੇਗਾ ਤੁਸੀਂ ਮੁੜ ਤੋਂ ਜੀਵਤ ਜਾਂ ਨਵੇਂ ਨਹੀਂ ਹੋ। ਹੁਕਮ ਮੰਨਣ ਵਿੱਚ ਚੰਗਾਈ ਹੈ ਅਤੇ ਮੈਨੂੰ ਇਹ ਬਾਤ ਪਸੰਦ ਹੈ। ਅਤੇ ਇਉਂ ਹੋਇਆ ਕਿ ਉਹ ਜਾਂਦੇ ਜਾਂਦੇ ਸ਼ੁੱਧ ਹੋ ਗਏ। ਹੁਕਮ ਮੰਨਣ ਦੇ ਰਾਸਤੇ ਵਿੱਚ ਹੀ ਸਾਨੂੰ ਪਰਮੇਸ਼ਰ ਦੀ ਬਰਕਤ, ਚੰਗਾਈ ਅਤੇ ਸ਼ੁੱਧਤਾ ਮਿਲਦੀ ਹੈ। ਨੰਬਰ 3, ਖੁਸ਼ੀ ਮਨਾਉਣ ਦਾ ਸਮੇਂ। ਫਿਰ ਸਾਨੂੰ ਖੁਸ਼ੀ ਮਨਾਉਣਾ, ਆਨੰਦ ਕਰਨਾ ਤੇ ਧੰਨਵਾਦੀ ਹੋਣ ਲਈ ਸਮਾਂ ਕੱਢਣ ਦੀ ਲੋੜ ਹੈ। ਦੇਸ਼ ਵਿੱਚ ਮੇਰੇ ਕਈ ਦੋਸਤ ਹਨ ਜਿਨ੍ਹਾਂ ਨੇ ਉਹੀ ਚੀਜ਼ਾਂ ਦਾ ਅਨੁਭਵ ਕੀਤਾ ਜਿਨ੍ਹਾਂ ਦਾ ਮੈਂ ਪਿਛਲੇ ਕੁਝ ਸਾਲਾਂ ਵਿੱਚ ਕੀਤਾ ਹੈ। ਉਹ ਸਾਰੇ ਪਾਸਟਰ ਹਨ। ਅਸੀਂ ਕਰੀਬ 5 ਜਣੇ ਹਾਂ। ਜਦ ਕਈ ਵਾਰ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਅਸੀਂ ਹਮੇਸ਼ਾ ਉਸ ਬਾਰੇ ਗੱਲਾਂ ਕਰਦੇ ਹਾਂ ਜੋ ਸਾਡੀ ਜ਼ਿੰਦਗੀ ਵਿੱਚ ਬਦਲਿਆ ਹੈ। ਅਤੇ ਸਾਡੇ ਵਿੱਚੋਂ ਇੱਕ ਦੋਸਤ ਨੂੰ ਜਿਹੜਾ ਬੁਨੇ ਨਾਰਥ ਕੋਲੀਆਂ ਵਿੱਚ ਰਹਿੰਦਾ ਹੈ, ਇਹ ਰੋਗ ਸੀ ਜੋ ਮੈਨੂੰ ਹੈ। ਮੈਨੂੰ ਉਸ ਨੇ ਦੱਸਿਆ ਕਿ ਹਰ ਸਵੇਰ ਨੂੰ ਜਦੋਂ ਉਹ ਜਾਗਦਾ ਹੈ ਅਤੇ ਪਿਛਲੀ ਡਿਓੜੀ ਵਿੱਚ ਟਹਿਲਦਾ ਹੈ, ਉਹ ਪੀੜ੍ਹੀਆਂ ਵਿੱਚ ਰਹਿੰਦਾ ਹੈ। ਉਹ ਆਪਣੇ ਹੱਥ ਹਵਾ ਵਿੱਚ ਕਰਕੇ ਕਹਿੰਦਾ ਹੈ, ਪ੍ਰਭੂ ਪਰਮੇਸ਼ਰ, ਇਸ ਨਵੇਂ ਦਿਨ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਇਸ ਸੋਹਣੀ ਦੁਨੀਆ ਲਈ ਜਿਸ ਵਿੱਚ ਮੈਂ ਰਹਿੰਦਾ ਹਾਂ, ਤੁਹਾਡਾ ਧੰਨਵਾਦ ਕਰਦਾ ਹਾਂ। ਪ੍ਰਭੂ, ਮੈਂ ਸਾਰਾ ਦਿਨ ਹਰ ਇੱਕ ਪਲ ਦਾ ਆਨੰਦ ਮਾਣਾਂਗਾ। ਅਤੇ ਇਹੋ ਜਿਹਾ ਜਵਾਬ ਸਾਡੇ ਦਿਲਾਂ ਵਿੱਚ ਆਉਣਾ ਚਾਹੀਦਾ ਹੈ ਜਦੋਂ ਅਸੀਂ ਉਸ ਬਾਰੇ ਸੋਚਦੇ ਹਾਂ ਜੋ ਪਰਮੇਸ਼ਰ ਨੇ ਸਾਡੇ ਲਈ ਕੀਤਾ ਹੈ। ਉਸ ਨੇ ਸਾਨੂੰ ਸਿਰਫ ਨਵੇਂ ਦਿਨਾਂ ਵਿੱਚ ਜਿਉਣ ਲਈ ਨਹੀਂ ਬਚਾਇਆ, ਉਸ ਨੇ ਸਾਨੂੰ ਸੰਦੀਪਕ ਕਾਲ ਲਈ ਬਚਾਇਆ ਹੈ ਅਤੇ ਅਸੀਂ ਮੁੜ ਕੇ ਆਉਣਾ ਹੈ ਔਰ ਉਹਦਾ ਧੰਨਵਾਦ ਕਰਨਾ ਹੈ। ਕੀ ਤੁਸੀਂ ਜਾਣਦੇ ਹੋ, ਜਦੋਂ ਇਹ ਕੋੜੀ ਛੱਡ ਕੇ ਚਲੇ ਗਏ ਅਤੇ ਚੰਗੇ ਹੋਏ ਅਤੇ ਇੱਕ ਜਣਾ ਮੁੜ ਕੇ ਆਇਆ, ਅਚਾਨਕ ਉਸ ਦੀ ਕੂਕਣ ਵਾਲੀ ਆਵਾਜ਼ ਭਜਨ ਮੰਡਲੀ ਦੀ ਆਵਾਜ਼ ਵਿੱਚ ਬਦਲ ਗਈ ਅਤੇ ਉਸ ਨੇ ਗਾਉਣਾ ਅਤੇ ਪਰਮੇਸ਼ਰ ਦੀ ਵਡਿਆਈ ਕਰਨਾ, ਪ੍ਰਭੂ ਦਾ ਧੰਨਵਾਦ ਕਰਨਾ ਅਤੇ ਉਸ ਦਾ ਆਦਰ ਕਰਨਾ ਸ਼ੁਰੂ ਕਰ ਦਿੱਤਾ। ਅਤੇ ਮੈਂ ਨਹੀਂ ਸੋਚਦਾ ਕਿ ਇਹ ਦੋਵੇਂ ਪਾਸੇ ਹੱਥ ਲਮਕਾਉਂਦੇ ਮੁੜ ਕੇ ਆਇਆ ਹੋਵੇਗਾ। ਮੈਂ ਸੋਚਦਾ ਹਾਂ
ਉਹ ਨੱਚਦਾ ਟੱਪਦਾ ਅਤੇ ਸਰਬ ਸ਼ਕਤੀਮਾਨ ਪਰਮੇਸ਼ਰ ਦੀ ਵਡਿਆਈ ਕਰਦਾ ਆਇਆ ਹੋਇਆ ਹੋਵੇਗਾ, ਕਿਉਂਕਿ ਇਹ ਰੋਗ ਜੋ ਉਸ ਨੂੰ ਤਬਾਹ ਕਰ ਸਕਦਾ ਸੀ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ ਸੀ। ਤੁਸੀਂ ਸਿਰਫ ਇੰਨਾ ਹੀ ਨਹੀਂ ਕਹਿੰਦੇ। ਖੈਰ, ਤੁਹਾਡਾ ਧੰਨਵਾਦ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਤੇ ਯਿਸੂ ਨਾਲ ਤੁਹਾਡੇ ਰਿਸ਼ਤੇ ਵਿੱਚ ਇਹ ਹੌਸਲਾ ਗਵਾ ਚੁੱਕੇ ਹੋ ਕਿ ਤੁਸੀਂ ਕਦੀ ਪਰਮੇਸ਼ਰ ਨੂੰ ਕਿਹਾ ਹੈ। ਹਾਂ, ਜਦੋਂ ਉਹ ਤੁਹਾਡੀ ਜ਼ਿੰਦਗੀ ਵਿੱਚ ਕੁਝ ਵਧੀਆ ਕਰਦਾ ਹੈ। ਅਸੀਂ ਫੁੱਟਬਾਲ ਦੀ ਖੇਡ ਵਿੱਚ ਇਹ ਕਰਦੇ ਹਾਂ। ਕਈ ਵਾਰ ਫੁੱਟਬਾਲ ਦੀ ਖੇਡ ਵਿੱਚ ਇੱਕ ਹਾਂ ਦਾ ਪਲ ਆਉਂਦਾ ਹੈ, ਪਰ ਤੁਸੀਂ ਜਾਣਦੇ ਹੋ ਮਸੀਹ ਜ਼ਿੰਦਗੀ ਵਿੱਚ ਹਾਂ ਦੇ ਬਹੁਤ ਸਾਰੇ ਪਲ ਹੁੰਦੇ ਹਨ। ਆ ਨਾ ਆ, ਉਹਨਾਂ ਕੁਝ ਹਾਂ ਦੇ ਪਲਾਂ ਤੇ ਮੁੜ ਵਿਚਾਰ ਕਰਨ ਲਈ ਸਮਾਂ ਕੱਢੋ। ਹਾਂ, ਮੈਨੂੰ ਇੱਕ ਚੰਗਾ ਪਰਿਵਾਰ ਮਿਲਿਆ ਹੈ। ਪਰਮੇਸ਼ਰ ਨੇ ਮੈਨੂੰ ਇੱਕ ਮਹਾਨ ਪਤਨੀ ਅਤੇ ਕੁਝ ਮਹਾਨ ਬੱਚੇ ਦਿੱਤੇ ਹਨ ਅਤੇ ਮੈਂ ਆਪਣੀ ਕਲੀਸਿਆ ਨੂੰ ਪਿਆਰ ਕਰਦਾ ਹਾਂ। ਇਹ ਸਾਰੇ ਹਾਂ ਦੇ ਪਲ ਹੁੰਦੇ ਹਨ। ਜਦੋਂ ਤੁਸੀਂ ਸਰਬ ਸ਼ਕਤੀਮਾਨ ਪਰਮੇਸ਼ਰ ਨੂੰ ਧੰਨਵਾਦ ਦਿੰਦੇ ਹੋ ਤਾਂ ਹਵਾ ਵਿੱਚ ਵਿਸ਼ਰਾਮ ਚਿੰਨ੍ਹ ਹੁੰਦੇ ਹਨ, ਇੱਕ ਖੁਸ਼ੀ ਮਨਾਉਣ ਦਾ ਸਮਾਂ। ਜ਼ਬੂਰ 50:23 ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੈ, ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ। ਨੰਬਰ 4, ਮੁਣ ਦਾ ਸਮਾਂ। ਮੇਰੀ ਇੱਛਾ ਹੈ ਕਿ ਅਸੀਂ ਭਵਿੱਖ ਵਿੱਚ ਵੇਖ ਸਕਦੇ ਹਾਂ ਕਿ ਸਾਡੇ ਲਈ ਅਗਲੇ ਮਹੀਨੇ ਵਿੱਚ ਧੰਨਵਾਦ ਦੀ ਆਤਮਾ ਦਾ ਕੀ ਮਤਲਬ ਹੋ ਸਕਦਾ ਹੈ। ਸਾਡੇ ਵਿੱਚੋਂ ਬਹੁਤ ਸਾਰਿਆਂ ਕੋਲ ਇਹ ਹੈ, ਪਰ ਕਈਆਂ ਕੋਲ ਨਹੀਂ ਵੀ। ਇੱਥੇ ਇੱਕ ਬੰਦਾ ਹੈ ਜਿਹੜਾ ਮੁੜ ਕੇ ਆਇਆ, ਅਤੇ ਜੇ ਅਸੀਂ ਬਾਕੀ 9 ਨੂੰ ਜਿਹੜੇ ਮੁੜ ਕੇ ਨਹੀਂ ਆਏ ਕੋਈ ਨਾਂ ਦੇਣਾ ਹੋਵੇ ਜੋ ਉਹਨਾਂ ਦੇ ਮੁੜ ਕੇ ਨਾ ਆਉਣ ਦੇ ਕਾਰਨ ਦਰਸਾਵੇ, ਤਾਂ ਉਹਨਾਂ ਦਾ ਨਾਂ ਕੁਝ ਇਸ ਤਰ੍ਹਾਂ ਹੋਣਗੇ। ਪਹਿਲਾ ਬੰਦੇ ਨੂੰ ਕਠੋਰ ਕਿਹਾ ਜਾਵੇਗਾ, ਹਾਲੇ ਕਿ ਉਹ ਇਸ ਭਿਆਨਕ ਰੋਗ ਤੋਂ ਚੰਗਾ ਹੋ ਚੁੱਕਾ ਸੀ। ਉਸਨੇ ਇਸ ਦਾ ਫਾਇਦਾ ਨਹੀਂ ਸਮਝਿਆ। ਦੂਜਾ ਬੰਦਾ ਘਮੰਡੀ ਸੀ, ਉਹ ਚੰਗਾ ਹੋ ਗਿਆ, ਪਰ ਉਹ ਵਾਪਸ ਜਾ ਕੇ ਕਿਸੇ ਦਾ ਧੰਨਵਾਦ ਨਹੀਂ ਕਰਨ ਜਾ ਰਿਹਾ ਸੀ। ਆਖਰਕਾਰ ਇਹ ਉਸ ਦਾ ਸਰੀਰ ਸੀ ਅਤੇ ਉਸ ਦੀ ਚੰਗਿਆਈ ਸੀ। ਤੀਜਾ ਬੰਦਾ ਘਿਰਨਾ ਭਰਿਆ ਸੀ। ਉਹ ਤਦ ਤੱਕ ਕਿ ਮੁੜ ਕੇ ਨਹੀਂ ਸੀ ਜਾਣਾ ਚਾਹੁੰਦਾ ਜਦ ਤੱਕ ਉਸ ਨੂੰ ਯਕੀਨ ਨਾ ਹੋ ਜਾਵੇ ਕਿ ਉਹ ਸੱਚਮੁੱਚ ਚੰਗਾ ਹੋ ਗਿਆ ਸੀ। ਉਹ ਕੁਝ ਹਫ਼ਤੇ ਇਸ ਨੂੰ ਪਰਖਣਾ ਚਾਹੁੰਦਾ ਸੀ ਅਤੇ ਫਿਰ ਸ਼ਾਇਦ ਉਹ ਮੁੜ ਕੇ ਆਉਂਦਾ। ਚੌਥਾ ਬੰਦਾ ਬੇਪਰਵਾਹ ਸੀ। ਉਸਨੇ ਕਦੀ ਆਉਣ ਬਾਰੇ ਸੋਚਿਆ ਹੀ ਨਹੀਂ। ਪੰਜਵਾਂ ਬੰਦਾ ਡਰਪੋਕ ਸੀ। ਜੇ ਮੈਂ ਮੁੜ ਕੇ ਜਾਵਾਂਗਾ ਅਤੇ ਕੋਈ ਨਾ ਸਮਝਿਆ ਤੇ ਮੈਂ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਲਵਾਂਗਾ। ਚੰਗਾ ਹੈ ਮੈਂ ਆਪਣੀ ਬਰਕਤ ਲਵਾਂ ਅਤੇ ਭੱਜ ਜਾਵਾਂ। ਛੇਵਾਂ ਬੰਦਾ ਹਿਸਾਬ ਕਿਤਾਬ ਲਾਉਣ ਵਾਲਾ ਸੀ। ਉਹ ਸੋਚ ਰਿਹਾ ਸੀ, ਜੇ ਮੈਂ ਮੁੜ ਕੇ ਗਿਆ ਅਤੇ ਧੰਨਵਾਦ ਕੀਤਾ ਤਾਂ ਸ਼ਾਇਦ ਪ੍ਰਭੂ ਮੈਨੂੰ ਹੋਰ ਕੁਝ ਕਰਨ ਲਈ ਕਹਿ ਦੇਵੇ। ਸੱਤਵਾਂ ਬੰਦਾ ਚਿੰਤਤ ਸੀ। ਉਸਨੇ ਸੋਚਿਆ, ਜੇ ਬਾਕੀ ਸਾਰੇ ਜਾਣਗੇ ਤਾਂ ਮੈਂ ਵੀ ਚਲਾ ਜਾਵਾਂਗਾ। ਉਹ ਇਕੱਲਾ ਨਹੀਂ ਸੀ ਜਾ ਰਿਹਾ। ਅੱਠਵਾਂ ਬੰਦਾ ਸਿਆਣਾ ਸੀ। ਉਸਨੇ ਮੁੜ ਕੇ ਜਾਣਾ ਅੱਗੇ ਪਾ ਦਿੱਤਾ। ਸ਼ਾਇਦ ਉਸਨੇ ਸੋਚਿਆ, ਜਦੋਂ ਉਹ ਉਸ ਰਾਸਤੇ ਥਾਣੀ ਲੰਘੇਗਾ ਤੇ ਫਿਰ ਚਲਿਆ ਜਾਵੇਗਾ ਅਤੇ ਇਹ ਉਸ ਲਈ ਸੁਵਿਧਾਜਨਕ ਹੋਵੇਗਾ। ਨੌਵਾਂ ਬੰਦਾ ਖਪਤ ਕੀਤਾ ਹੋਇਆ ਸੀ ਉਹਨਾਂ ਸਾਰੀਆਂ ਚੀਜ਼ਾਂ ਨਾਲ ਜੋ ਹੁਣ ਉਹ ਕਰਨ ਲਈ ਜਾ ਰਿਹਾ ਸੀ। ਜਦੋਂ ਉਹ ਚੰਗਾ ਹੋ ਗਿਆ ਸੀ, ਉਸ ਕੋਲ ਮੁੜ ਕੇ ਜਾਣ ਦਾ ਸਮੇਂ ਨਹੀਂ ਸੀ। ਉਸ ਨੇ ਹੋਰ ਕੁਝ ਕਰਨਾ ਸੀ। ਪਰ ਇੱਕ ਬੰਦਾ ਮੁੜ ਕੇ ਆਇਆ ਅਤੇ ਉਸ ਨੂੰ 10 ਵਿੱਚੋਂ ਵਚਨ ਵਿੱਚ ਉਸ ਬੰਦੇ ਵਜੋਂ ਯਾਦ ਕੀਤਾ ਜਾਂਦਾ ਹੈ ਜਿਹੜਾ ਧੰਨਵਾਦ ਕਰਨ ਲਈ ਆਇਆ। ਆਓ ਅਸੀਂ ਇਸ 10ਵੇਂ ਬੰਦੇ ਦੇ ਕਲੱਬ ਵਿੱਚ ਸ਼ਾਮਲ ਹੋਈਏ। ਮੈਂ ਦਸਵੰਧ ਬਾਰੇ ਗੱਲ ਨਹੀਂ ਕਰ ਰਿਹਾ। ਮੈਂ ਉਸ 10ਵੇਂ ਬੰਦੇ ਦੀ ਗੱਲ ਕਰ ਰਿਹਾ ਹਾਂ ਜਿਹੜਾ ਮੁੜ ਕੇ ਸਰਬ ਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰਨ ਲਈ ਆਇਆ। ਉਹ ਸਭ ਲਈ ਜੋ ਪਰਮੇਸ਼ਰ ਨੇ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜ਼ਿੰਦਗੀ ਵਿੱਚ ਕੀਤਾ। ਤੁਸੀਂ ਕਹੋਗੇ, ਖੈਰ ਪਾਸਟਰ ਜਰਮੀਆ, ਮੇਰਾ ਸਾਲ ਇੰਨਾ ਵਧੀਆ ਨਹੀਂ ਗੁਜ਼ਰਿਆ ਜਿੰਨਾ ਤੁਸੀਂ ਕਹਿ ਰਹੇ ਹੋ। ਤੁਹਾਨੂੰ ਕੋੜ ਨਹੀਂ ਪਿਆ ਹੈ, ਕੀ ਪਿਆ ਹੈ ਨਹੀਂ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਨਹੀਂ ਵਰਪੀਆਂ। ਬਹੁਤ ਸਾਰੇ ਕੰਮ ਜੋ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ ਵਿੱਚ ਕੀਤੇ ਹਨ, ਤੁਸੀਂ ਉਹਨਾਂ ਨੂੰ ਭੁੱਲ ਜਾਂਦੇ ਹੋ। ਇਹ ਸਮਾਂ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਬਰਕਤਾਂ ਦੀ ਸਮੀਖਿਆ ਕਰੋ ਅਤੇ ਉਹਨਾਂ ਲਈ ਪਰਮੇਸ਼ਰ ਦਾ ਧੰਨਵਾਦ ਕਰੋ। ਮੁੜ ਕੇ ਉਸ ਕੋਲ ਜਾਓ ਜਿਸ ਨੇ ਤੁਹਾਨੂੰ ਬਰਕਤ ਦਿੱਤੀ ਹੈ ਅਤੇ ਦਿਲ ਤੋਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰੋ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਅੱਜ ਅਸੀਂ ਬਾਈਬਲ ਬਾਣੀ ਦੇ ਵਿੱਚੋਂ ਲੂਕਾ ਦੀ ਅੰਜੀਲ ਦੇ 17 ਅਧਿਆਇ ਦੀ 11 ਆਇਤ ਤੋਂ ਲੈ ਕੇ 19 ਆਇਤ ਤੱਕ ਦੇ ਵਚਨਾਂ ਦੇ ਉੱਤੇ ਮਨਨ ਕਰ ਰਹੇ ਸੀ। ਅੱਜ ਅਸੀਂ ਉਸ ਕੋੜੀ ਦੇ ਬਾਰੇ ਚਰਚਾ ਕਰ ਰਹੇ ਸੀ ਜਿਹੜਾ ਉਹਨਾਂ 10 ਕੋੜੀਆਂ ਦੇ ਵਿੱਚੋਂ ਇੱਕ ਸੀ ਅਤੇ ਠੀਕ ਹੋਣ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਜੀ ਦੇ ਕੋਲ ਵਾਪਸ ਆਇਆ।
ਦੋਸਤੋ, ਜਦੋਂ ਕੋੜੀ ਆਪਣੇ ਸਰੀਰ ਦੀ ਚੰਗਿਆਈ ਦੇ ਲਈ ਪ੍ਰਭੂ ਯਿਸੂ ਜੀ ਦੇ ਕੋਲ ਪਹੁੰਚਦਾ ਹੈ ਤਾਂ ਉਸ ਨੂੰ ਦੰਡਵਤ ਕਰਕੇ ਉਸ ਦਾ ਆਭਾਰ ਪ੍ਰਗਟ ਕਰਦਾ ਹੈ। ਪਰ ਉਹ ਪ੍ਰਭੂ ਯਿਸੂ ਮਸੀਹ ਜੀ ਤੋਂ ਉਹ ਪ੍ਰਾਪਤ ਕਰਦਾ ਹੈ ਜਿਸ ਨੂੰ ਪ੍ਰਾਪਤ ਕਰਨ ਦੇ ਲਈ ਬਾਕੀ ਦੇ ਕੋੜੀ ਚੂਕ ਜਾਂਦੇ ਹਨ। ਉਹਨੇ ਅਜਿਹੀ ਚੰਗਾਈ ਨੂੰ ਪ੍ਰਾਪਤ ਕੀਤਾ ਜੋ ਕਿ ਸਰੀਰਿਕ ਚੰਗਾਈ ਤੋਂ ਜ਼ਿਆਦਾ ਡੂੰਘੀ ਸੀ। ਉਸਨੇ ਮੁਕਤੀ ਦਾ ਅਨੁਭਵ ਕੀਤਾ। ਪ੍ਰਭੂ ਯਿਸੂ ਜੀ ਦੇ ਨਾਲ ਦੁਬਾਰਾ ਮੁਲਾਕਾਤ ਕਰਨ ਤੋਂ ਬਾਅਦ ਅੰਦਰੋਂ ਅਤੇ ਬਾਹਰੋਂ ਦੋਨੋਂ ਪਾਸਿਓਂ ਉਹ ਸ਼ੁੱਧ ਹੋ ਗਿਆ। ਉਸਨੇ ਪਰਮੇਸ਼ਵਰ ਦੇ ਸ਼ਕਤੀ ਦੇ ਅਸਲੀ ਸਵਾਦ ਨੂੰ ਵੇਖਿਆ। ਉਹਦੇ ਅੰਦਰੂਨੀ ਜ਼ਖਮ ਜੋ ਕਿ ਪਾਪ ਦੇ ਜ਼ਖਮ ਸੀ ਪੂਰੀ ਤਰ੍ਹਾਂ ਸਾਫ਼ ਕਰ ਦਿੱਤੇ ਗਏ। ਇਹ ਉਹ ਜ਼ਖਮ ਸਨ ਜੋ ਸਿਰਫ ਪ੍ਰਭੂ ਯਿਸੂ ਜੀ ਦੇ ਲਹੂ ਦੇ ਦੁਆਰਾ ਹੀ ਸਾਫ਼ ਕੀਤੇ ਜਾ ਸਕਦੇ ਹਨ। ਇਹ ਕਹਾਣੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਅਸੀਂ ਸਿੱਖਿਆ ਕਿ ਵਿਚਾਰ ਕਰਨ ਦਾ ਇੱਕ ਸਮਾਂ ਹੁੰਦਾ ਹੈ। ਕੋੜੀਆਂ ਨੂੰ ਇਸ ਗੱਲ ਦੀ ਪੂਰੀ ਸਮਝ ਸੀ ਕਿ ਉਹਨਾਂ ਦੀ ਹਾਲਤ ਕਿਵੇਂ ਦੀ ਸੀ ਅਤੇ ਉਹਨਾਂ ਦਾ ਭਵਿੱਖ ਕੀ ਹੈ। ਉਹਨਾਂ ਨੇ ਵਿਚਾਰ ਕੀਤਾ ਕਿ ਉਹਨਾਂ ਨੂੰ ਯਿਸੂ ਦੇ ਦੁਆਰਾ ਸ਼ੁੱਧ ਹੋਣ ਦੀ ਲੋੜ ਹੈ। ਦੋਸਤੋ, ਅਸੀਂ ਕਿੰਨੇ ਵੀ ਕਾਬਲ ਕਿਉਂ ਨਾ ਹੋਈਏ, ਸਾਡੇ ਕੋਲ ਕਿੰਨਾ ਵੀ ਧਨ ਕਿਉਂ ਨਾ ਹੋਵੇ, ਜੇਕਰ ਅਸੀਂ ਪ੍ਰਭੂ ਯਿਸੂ ਤੋਂ ਬਗੈਰ ਹਾਂ ਤਾਂ ਸਾਡਾ ਜੀਵਨ ਵੀ ਕੋੜੀ ਵਰਗਾ ਹੀ ਹੈ। ਇਸ ਤੋਂ ਬਾਅਦ ਅਸੀਂ ਜਵਾਬ ਦੇਣ ਦੇ ਇੱਕ ਸਮੇਂ ਬਾਰੇ ਜਾਣਿਆ, ਖੁਸ਼ੀ ਮਨਾਉਣ ਦੇ ਇੱਕ ਸਮੇਂ ਬਾਰੇ ਅਤੇ ਫਿਰ ਮਿਲਣ ਦੇ ਸਮੇਂ ਦੇ ਉੱਤੇ ਵੀ ਅਸੀਂ ਗੌਰ ਕੀਤਾ। ਦੋਸਤੋ, ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪਿਤਾ ਪਰਮੇਸ਼ਰ, ਅੱਜ ਤੁਸੀਂ ਕੋੜਿਆਂ ਦੀ ਕਹਾਣੀ ਤੋਂ ਸਾਨੂੰ ਦੱਸਿਆ ਕਿ ਪਿਤਾ, ਸਾਨੂੰ ਹਮੇਸ਼ਾ ਤੁਹਾਡੇ ਲਈ ਅਹਿਸਾਨਮੰਦ ਰਹਿਣਾ ਚਾਹੀਦਾ। ਪਿਤਾ ਪਰਮੇਸ਼ਰ, ਅਸੀਂ ਉਸ ਕੋੜੀ ਦੇ ਜੀਵਨ ਤੋਂ ਸਿੱਖਿਆ ਕਿ ਜਦੋਂ ਅਸੀਂ ਵਾਪਸ ਆ ਕੇ ਦਿਲ ਨਾਲ ਤੁਹਾਡਾ ਅਹਿਸਾਨ ਜਤਾਉਂਦੇ ਹਾਂ ਕਿ ਤੁਸੀਂ ਸਾਡੇ ਉੱਤੇ ਕਿਰਪਾ ਕੀਤੀ ਹੈ ਤਾਂ ਅਸੀਂ ਉਹਦੇ ਧੰਨਵਾਦੀ ਹਾਂ, ਤਾਂ ਤੁਸੀਂ ਪਿਤਾ ਪਰਮੇਸ਼ਰ ਸਾਡੇ ਜੀਵਨ ਦੇ ਵਿੱਚ ਹੋਰ ਜ਼ਿਆਦਾ ਬਰਕਤਾਂ ਨੂੰ ਜੋੜ ਦਿੰਦੇ ਹੋ। ਪਿਤਾ ਪਰਮੇਸ਼ਰ, ਬਾਕੀ ਦੇ ਕੋੜੀ ਤਾਂ ਸਿਰਫ ਸਰੀਰਿਕ ਚੰਗਾਈ ਲੈ ਕੇ ਗਏ ਪਰ ਇਸ ਇਨਸਾਨ ਨੇ, ਇਸ ਕੋੜੀ ਨੇ ਆਤਮਿਕ ਚੰਗਾਈ ਨੂੰ ਵੀ ਹਾਸਿਲ ਕੀਤਾ। ਧੰਨਵਾਦ ਕਰਦੇ ਪਿਤਾ ਪਰਮੇਸ਼ਰ, ਜਿਹੜਾ ਆਪਣਾ ਪ੍ਰਭੂ ਜੀ ਜੀਵਨ ਸੱਚੇ ਦਿਲ ਨਾਲ ਤੁਹਾਡੇ ਹੱਥਾਂ 'ਚ ਸੌਂਪਦੇ ਹਨ। ਸਾਡੇ ਜੀਵਨਾਂ 'ਚ ਵੀ ਕੰਮ ਕਰੋ ਕਿ ਅਸੀਂ ਹਮੇਸ਼ਾ ਸੱਚੇ ਦਿਲ ਨਾਲ ਤੁਹਾਡੀ ਸੇਵਾ ਕਰ ਸਕੀਏ ਔਰ ਤੁਹਾਡੀ ਮਰਜ਼ੀ ਨੂੰ ਆਪਣੇ ਜੀਵਨ ਵਿੱਚ ਪੂਰਾ ਕਰ ਸਕੀਏ। ਯਿਸੂ ਨਾਸਰੀ ਜੀ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।